ਗੁੱਡ ਮਾਰਨਿੰਗ ਐਵਰੀਵਨ। ਅੱਜ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ ਈਟੀਟੀ ਸੈਕਿੰਡ ਪੇਪਰ ਸਾਇੰਸ ਦਾ ਨਿਊਟਨਸ ਲਾਅ ਆਫ ਮੋਸ਼ਨ। ਨਿਊਟਨ ਜਿਹੜਾ ਸੀਗਾ ਉਹਨੇ 3 ਨਿਯਮ ਦਿੱਤੇ ਸੀ ਜਿਨ੍ਹਾਂ ਨੂੰ ਗਤੀ ਦੇ ਨਿਯਮ ਵੀ ਕਿਹਾ ਜਾਂਦਾ ਆ। ਤਾਂ ਇਹਨਾਂ ਨੂੰ ਆਪਾਂ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਬਹੁਤ ਪਹਿਲਾਂ ਡੈਫੀਨੇਸ਼ਨਸ ਕਰਦੇ ਹਾਂ। ਤਾਂ ਫਸਟ ਡੈਫੀਨੇਸ਼ਨ ਆ ਵਿਰਾਮ ਅਤੇ ਗਤੀ। ਵਿਰਾਮ ਕੀ ਹੁੰਦਾ ਆ? ਵਿਰਾਮ ਦਾ ਮਤਲਬ ਹੁੰਦਾ ਹੈ ਕਿ ਬੋਡੀ ਮੂਵ ਨਹੀਂ ਕਰਦੀ ਪਈ, ਯਾਨੀ ਕਿ ਕੋਈ ਓਬਜੈਕਟ ਇੱਕ ਸਥਿਰ ਅਵਸਥਾ ਦੇ ਵਿੱਚ ਪਿਆ। ਜਿਵੇਂ ਸਪੋਜ਼ ਕਰ ਲਓ ਆਪਣੇ ਘਰ ਟੇਬਲ ਦੇ ਉੱਪਰ ਨੋਟਬੁੱਕ ਪਈ ਆ, ਤਾਂ ਉਹ ਨੋਟਬੁੱਕ ਓਨਾ ਚਿਰ ਹੀ ਵਿਰਾਮ ਅਵਸਥਾ ਵਿੱਚ ਰਹੂਗੀ ਜਿੰਨਾ ਚਿਰ ਆਪਾਂ ਉਹਨੂੰ ਮੂਵ ਨਹੀਂ ਕਰਵਾਉਂਦੇ, ਮਤਲਬ ਜਿੰਨਾ ਚਿਰ ਆਪਾਂ ਬਾਹਰੀ ਬਲ ਦਾ ਉਪਯੋਗ ਨਹੀਂ ਕਰਦੇ। ਤਾਂ ਵਿਰਾਮ ਅਵਸਥਾ ਦੇ ਵਿੱਚ ਕੋਈ ਵੀ ਓਬਜੈਕਟ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਹਦੇ ਵਿੱਚ ਕੀ ਆ, ਬਾਹਰੀ ਫੋਰਸ ਨਹੀਂ ਲੱਗਦਾ। ਬਲ ਕੀ ਹੁੰਦਾ ਆ? ਬਲ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਖਿੱਚਣਾ ਜਾਂ ਧੱਕਾ ਲਾਉਣਾ, ਠੀਕ ਹੈ, ਇਹਨੂੰ ਆਪਾਂ ਕੀ ਬੋਲਦੇ ਹਾਂ? ਬਲ ਬੋਲਦੇ ਹਾਂ। ਉਸ ਤੋਂ ਬਾਅਦ ਗਤੀ ਕੀ ਹੁੰਦੀ ਹੈ? ਗਤੀ ਦਾ ਮਤਲਬ ਹੁੰਦਾ ਕਿ ਆਪਾਂ ਆਪਦੀ ਅਵਸਥਾ ਨੂੰ ਚੇਂਜ ਕਰਨਾ। ਜਿਵੇਂ ਆਪਾਂ ਕਹਿ ਦਈਏ ਕਿ ਕੋਈ ਓਬਜੈਕਟ ਸੀ ਜਾਂ ਆਪਣੇ ਕੋਲ ਕੋਈ ਖਿਡੌਣਾ ਸੀ, ਠੀਕ ਹੈ, ਉਹਨੂੰ ਆਪਾਂ ਮੂਵ ਕਰਵਾਇਆ ਤਾਂ ਉਹਨੂੰ ਆਪਾਂ ਬੋਲਦੇ ਹਾਂ ਗਤੀ। ਗਤੀ ਦਾ ਮਤਲਬ ਆ ਦੂਰੀ ਚੇਂਜ ਹੋਣਾ ਵਿਦ ਰਿਸਪੈਕਟ ਟੂ ਟਾਈਮ, ਦੂਰੀ ਵਿੱਚ ਪਰਿਵਰਤਨ। ਦੂਰੀ ਵਿੱਚ ਪਰਿਵਰਤਨ। ਹੁਣ ਬਲ ਕੀ ਸੀ? ਬਲ ਦਾ ਮਤਲਬ ਆ ਧੱਕਾ ਮਾਰਨਾ ਜਾਂ ਖਿੱਚਣਾ। ਬਲ ਦੇ ਨਾਲ ਹੀ ਕਿਸੇ ਵਸਤੂ ਦੇ ਵਿੱਚ ਕੀ ਆਉਂਦੀ ਹੈ? ਗਤੀ ਆਉਂਦੀ ਹੈ। ਇਹਦਾ ਮਤਲਬ ਬਲ ਅਤੇ ਗਤੀ ਦਾ ਆਪਸ ਵਿੱਚ ਕੀ ਆ? ਲਿੰਕ ਆ। ਬਲ ਨਾਲ ਅਸੀਂ ਕਿਸੇ ਵੀ ਵਸਤੂ ਦਾ ਆਕਾਰ ਬਦਲ ਸਕਦੇ ਹਾਂ। ਜਿਵੇਂ ਸਪੋਜ਼ ਕਰ ਲਓ ਆਪਾਂ ਬੋਲ ਨੂੰ ਹੱਥ ਦੇ ਵਿੱਚ ਕੰਪਰੈਸ ਕਰੀਏ, ਮਤਲਬ ਉਹਦੇ 'ਤੇ ਫੋਰਸ ਲਗਾਈਏ ਤਾਂ ਉਹਦਾ ਕੀ ਬਦਲ ਜਾਂਦਾ? ਆਕਾਰ ਬਦਲ ਜਾਂਦਾ। ਨੈਕਸਟ ਡੈਫੀਨੇਸ਼ਨ ਆ ਸੰਤੁਲਿਤ ਬਲ ਅਤੇ ਅਸੰਤੁਲਿਤ ਬਲ ਕੀ ਹੁੰਦਾ ਹੈ? ਬੈਲੈਂਸਡ ਫੋਰਸ ਐਂਡ ਅਨਬੈਲੈਂਸਡ ਫੋਰਸ। ਬੈਲੈਂਸਡ ਫੋਰਸ ਦਾ ਮਤਲਬ ਇਹ ਹੈ ਕਿ ਸਪੋਜ਼ ਕਰ ਲਓ ਮੈਂ ਇੱਕ ਬਾਕਸ ਲਿਆ। ਫਸਟ ਆਫ ਆਲ ਬਲ ਦੇ ਯੂਨਿਟਸ ਕੀ ਹੁੰਦੇ ਆ? ਬਲ ਨੂੰ ਨਿਊਟਨ ਨੇ ਦਿੱਤਾ ਸੀ, ਜਿਹਦੇ ਕਰਕੇ ਇਹਦੀ ਜਿਹੜੀ ਇਕਾਈ ਆ ਉਹ ਵੀ ਕੀ ਹੁੰਦੀ ਆ? ਨਿਊਟਨ ਹੀ ਹੁੰਦੀ ਆ। ਬਲ ਕੀ ਹੈ? ਇੱਕ ਵੈਕਟਰ ਆ। ਵੈਕਟਰ ਦਾ ਮਤਲਬ ਹੁੰਦਾ ਇੱਕ ਸੰਖਿਆਤਮਕ ਵੈਲਿਊ ਵੀ ਆ ਉਹਦੀ, ਅਤੇ ਨਾਲ ਆਪਾਂ ਨੂੰ ਕੀ ਦੱਸਿਆ ਹੁੰਦਾ? ਦਿਸ਼ਾ ਵੀ ਦਿੱਤੀ ਹੋਈ ਆ। ਯਾਨੀ ਕਿ ਜਿਸ ਵੈਲਿਊ ਜਾਂ ਜਿਸ ਵੀ ਫੰਕਸ਼ਨ ਦੀ ਵੈਲਿਊ ਵੀ ਹੋਵੇ, ਨਾਲ ਉਹਦੀ ਡਾਇਰੈਕਸ਼ਨ ਵੀ ਦਿੱਤੀ ਹੋਵੇ, ਉਹਨੂੰ ਆਪਾਂ ਕੀ ਬੋਲਦੇ ਹਾਂ? ਵੈਕਟਰ। ਤਾਂ ਸਪੋਜ਼ ਕਰ ਲਓ ਮੈਂ ਕਹਿ ਰਹੀ ਹਾਂ ਵੀ ਇੱਧਰ ਨੂੰ ਮੈਂ 10 ਨਿਊਟਨ ਦਾ ਫੋਰਸ ਲਗਾ ਕੇ ਕਿਸੇ ਓਬਜੈਕਟ ਨੂੰ ਆਪਦੇ ਵੱਲ ਖਿੱਚ ਰਹੀ ਹਾਂ। ਉਸ ਤੋਂ ਬਾਅਦ ਇੱਧਰ ਵੀ ਸੈਕਿੰਡ ਫੋਰਸ ਇਸੇ ਬਾਕਸ ਨੂੰ 10 ਨਿਊਟਨ ਦੇ ਫੋਰਸ ਨਾਲ ਖਿੱਚ ਰਿਹਾ। ਕੀ ਬਾਕਸ ਹਿੱਲੂਗਾ? ਬਾਕਸ ਨਹੀਂ ਹਿੱਲੂਗਾ, ਕਿਉਂਕਿ ਦੋਨੋਂ ਪਾਸਿਆਂ ਤੋਂ ਸੇਮ ਹੀ ਫੋਰਸ ਲੱਗਦਾ ਪਿਆ। ਤਾਂ ਉਸ ਫੋਰਸ ਨੂੰ ਆਪਾਂ ਬੋਲਾਂਗੇ ਸੰਤੁਲਿਤ ਬਲ। ਨੈਕਸਟ ਇਜ਼ ਅਸੰਤੁਲਿਤ ਬਲ। ਸਪੋਜ਼ ਕਰ ਲਓ ਇੱਕ ਬੰਦਾ 10 ਨਿਊਟਨ ਦਾ ਫੋਰਸ ਲਗਾ ਰਿਹਾ ਸੀ, ਬਟ ਸੈਕਿੰਡ ਜਿਹੜਾ ਪਰਸਨ ਸੀ ਉਹ 5 ਨਿਊਟਨ ਦਾ ਫੋਰਸ ਲਗਾ ਰਿਹਾ ਸੀ। ਹੁਣ ਇਹਦਾ ਬਲ ਘੱਟ ਸੀ, ਇਹਦਾ ਬਲ ਜ਼ਿਆਦਾ ਸੀ। ਇਹਦਾ ਮਤਲਬ ਕੀ ਹੈ? ਇਹ ਇਸ ਬਕਸੇ ਨੂੰ ਖਿੱਚਣ ਦੇ ਵਿੱਚ ਸਫਲ ਹੋਊਗਾ ਅਤੇ ਬਕਸਾ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੂਗਾ। ਇਸ ਨੂੰ ਬੋਲਦੇ ਆ ਅਸੰਤੁਲਿਤ ਬਲ। ਇਹਦਾ ਮਤਲਬ ਵੀ ਜੇ ਕਿਸੇ ਓਬਜੈਕਟ ਦੇ ਵਿੱਚ ਗਤੀ ਆਉਂਦੀ ਆ ਤਾਂ ਉਹ ਕਿਸ ਬਲ ਕਰਕੇ ਆਉਂਦੀ ਆ? ਅਸੰਤੁਲਿਤ ਬਲ ਕਰਕੇ ਗਤੀ ਆਉਂਦੀ ਹੈ। ਇਹਦੇ ਨਾਲ ਗਤੀ ਆਉਂਦੀ ਆ, ਬਟ ਇਹਦੇ ਨਾਲ ਗਤੀ ਨਹੀਂ ਆਉਂਦੀ। ਨੈਕਸਟ ਇਜ਼ ਰਗੜ ਕੀ ਹੁੰਦੀ ਆ? ਜਿਵੇਂ ਸਪੋਜ਼ ਕਰ ਲਓ ਇੱਕ ਟੇਬਲ ਆ, ਟੇਬਲ ਦੀ ਸਰਫੇਸ ਥੋੜ੍ਹੀ ਰਫ ਆ, ਇਹਦੇ ਉੱਪਰ ਬਾਕਸ ਪਿਆ, ਤਾਂ ਬਾਕਸ ਦੀ ਅਤੇ ਇਸ ਸਰਫੇਸ ਦੇ ਵਿੱਚ ਕੀ ਹੋਊਗੀ? ਰਗੜ ਹੋਊਗੀ। ਜੇ ਆਪਾਂ ਇੱਧਰ ਨੂੰ ਫੋਰਸ ਲਗਾਉਂਦੇ ਹਾਂ ਤਾਂ ਰਗੜ ਹਮੇਸ਼ਾ ਕੀ ਹੋਊਗੀ? ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਊਗੀ। ਕਿਸੇ ਵਸਤੂ ਨੂੰ ਦੀ ਜੇ ਆਪਾਂ ਗਤੀ ਬਦਲਣੀ ਆ ਤਾਂ ਆਪਾਂ ਨੂੰ ਬਾਹਰੀ ਬਲ ਲਗਾਉਣਾ ਪਊਗਾ। ਜੇ ਆਪਾਂ ਇਸ ਬਾਕਸ 'ਤੇ ਬਾਹਰੀ ਬਲ ਲਗਾਵਾਂਗੇ ਤਾਂ ਹੀ ਇਹ ਆਪਦੀ ਪੋਜੀਸ਼ਨ ਚੇਂਜ ਕਰੂਗਾ। ਨੈਕਸਟ ਆਪਾਂ ਕਰਦੇ ਹਾਂ ਗਤੀ ਦੇ ਨਿਯਮ। ਗਤੀ ਦੇ ਨਿਯਮ ਕਰਨ ਤੋਂ ਪਹਿਲਾਂ ਆਪਣੇ ਕੋਲ ਇੱਕ ਡੈਫੀਨੇਸ਼ਨ ਆ ਜੜਤਾ। ਜੜਤਾ ਕੀ ਆ? ਇਸ ਨੂੰ ਇਨਰਸ਼ੀਆ ਵੀ ਕਿਹਾ ਜਾਂਦਾ। ਇਨਰਸ਼ੀਆ ਇੱਕ ਉਸ ਓਬਜੈਕਟ ਦੀ ਜਾਂ ਇੱਕ ਵਸਤੂ ਦੀ ਪ੍ਰੋਪਰਟੀ ਆ ਜਿਹੜੀ ਕਿ ਕੋਸ਼ਿਸ਼ ਕਰਦੀ ਹੈ ਕਿ ਉਹ ਜਿਹੜੀ ਵੀ ਅਵਸਥਾ ਦੇ ਵਿੱਚ ਆ ਉਹ ਉਸੇ ਅਵਸਥਾ ਦੇ ਵਿੱਚ ਰਹੇ। ਜਿਵੇਂ ਕੋਈ ਓਬਜੈਕਟ ਵਿਰਾਮ ਅਵਸਥਾ ਦੇ ਵਿੱਚ ਪਿਆ ਤਾਂ ਉਹ ਟਰਾਈ ਕਰੂਗਾ ਕਿ ਮੈਂ ਇਸੇ ਅਵਸਥਾ ਵਿੱਚ ਰਹਾਂ, ਮੈਂ ਚੇਂਜ ਨਾ ਹੋਵਾਂ। ਤਾਂ ਉਹਦੀ ਇਸ ਰੂਪ ਨੂੰ ਕੀ ਆਉਂਦੇ ਨੇ? ਜੜਤਾ ਆਉਂਦੇ ਨੇ। ਜਿਵੇਂ ਹੁਣ ਕੋਈ ਓਬਜੈਕਟ ਸਿੱਧੀ ਲਾਈਨ ਦੇ ਵਿੱਚ ਗਤੀ ਕਰਦਾ ਪਿਆ, ਸਪੋਜ਼ ਕਰ ਲਓ ਕਾਰ ਆ, ਰਿਮੋਟ ਕਾਰ ਆ, ਸਪੋਜ਼ ਕਰ ਲਓ ਅੱਗੇ ਵਾਲ ਆ, ਆਪਾਂ ਨੂੰ ਪਤਾ ਕਿ ਉਹ ਕੰਧ ਦੇ ਵਿੱਚ ਟਕਰਾ ਕੇ ਆਪਦੀ ਡਾਇਰੈਕਸ਼ਨ ਚੇਂਜ ਕਰ ਲੂ, ਉਹਦੀ ਗਤੀ ਵੀ ਚੇਂਜ ਹੋਊਗੀ, ਉਹਦੀ ਦਿਸ਼ਾ ਵੀ ਚੇਂਜ ਹੋਊਗੀ। ਇਹਦਾ ਮਤਲਬ ਕੀ ਆ? ਇੱਥੇ ਆ ਕੇ ਉਹਦੀ ਜੜਤਾ ਕਾਇਮ ਨਹੀਂ ਰਹੀ, ਬਟ ਉਹ ਪਹਿਲਾਂ ਕੋਸ਼ਿਸ਼ ਕਰਦੀ ਆ ਕਿ ਉਹ ਆਪਦੀ ਸੇਮ ਗਤੀ ਦੇ ਵਿੱਚ ਰਹੇ, ਜਿਸ ਸਾਈਡ 'ਤੇ ਉਹ ਜਾ ਰਹੀ ਆ ਉਸੇ ਸਾਈਡ ਦੇ ਵਿੱਚ ਜਾਵੇ। ਜੜਤਾ ਦੇ 3 ਰੂਪ ਹੁੰਦੇ ਆ। ਇੱਕ ਹੁੰਦਾ ਵਿਰਾਮ ਜੜਤਾ,
ਇੱਕ ਗਤੀ ਜੜਤਾ ਤੇ ਇੱਕ ਹੁੰਦਾ ਦਿਸ਼ਾ ਜੜਤਾ, ਯਾਨੀ ਕਿ ਜਿਹੜਾ ਵਿਰਾਮ ਅਵਸਥਾ ਦੇ ਵਿੱਚ ਆਬਜੈਕਟ ਆ ਉਹ ਟਰਾਈ ਕਰੂਗਾ ਮੈਂ ਵਿਰਾਮ ਅਵਸਥਾ ਵਿੱਚ ਰਵਾਂ, ਜਿਹੜਾ ਆਬਜੈਕਟ ਗਤੀ ਵਿੱਚ ਆ ਉਹ ਟਰਾਈ ਕਰੂਗਾ ਮੈਂ ਉਸੇ ਗਤੀ ਵਿੱਚ ਰਵਾਂ, ਜਿਹੜਾ ਇੱਕ ਦਿਸ਼ਾ ਵਿੱਚ ਜਾ ਰਿਹਾ ਉਹ ਵੀ ਆਪਦੀ ਦਿਸ਼ਾ ਨੂੰ ਕੀ ਰੱਖੂਗਾ, ਕਾਇਮ ਰੱਖੂਗਾ। ਇਸੇ ਜੜਤਾ ਤੋਂ ਆਪਣੇ ਕੋਲ ਜਿਹੜਾ ਗਤੀ ਦਾ ਪਹਿਲਾ ਨਿਯਮ ਆਉਂਦਾ ਆ। ਗਤੀ ਦਾ ਪਹਿਲਾ ਨਿਯਮ ਕੀ ਆਉਂਦਾ ਆ ਕਿ ਜੇ ਆਬਜੈਕਟ ਵਿਰਾਮ ਅਵਸਥਾ ਵਿੱਚ ਆ ਜਾਂ ਆਬਜੈਕਟ ਗਤੀ ਕਰ ਰਿਹਾ ਤਾਂ ਉਹ ਆਪਦੀ ਕੀ ਆ, ਆਪਦੇ ਪਰਿਵਰਤਨ ਦੇ ਵਿੱਚ ਕੀ ਕਰੂਗਾ, ਵਿਰੋਧ ਕਰੂਗਾ। ਨੈਕਸਟ ਹੈ ਗਤੀ ਦਾ ਦੂਜਾ ਨਿਯਮ। ਗਤੀ ਦੇ ਦੂਜੇ ਨਿਯਮ ਤੋਂ ਪਹਿਲਾਂ ਆਪਾਂ ਇੱਕ ਹੋਰ ਡੈਫੀਨੇਸ਼ਨ ਕਰਦੇ ਹਾਂ ਸੰਵੇਗ ਦੀ। ਸੰਵੇਗ ਕੀ ਹੁੰਦਾ ਆ, ਪੁੰਜ ਗੁਣਾ ਵੇਗ, ਯਾਨੀ ਕਿ ਜਿਸ ਆਬਜੈਕਟ ਦਾ ਪੁੰਜ ਜ਼ਿਆਦਾ ਹੁੰਦਾ ਉਹਦੇ ਵਿੱਚ ਸੰਵੇਗ ਵੀ ਵੱਧ ਹੋਊਗਾ। ਜਿਸ ਆਬਜੈਕਟ ਦਾ ਜਾਂ ਜਿਸ ਵਸਤੂ ਦੀ ਵੇਗ ਜ਼ਿਆਦਾ, ਮਤਲਬ ਉਹ ਜ਼ਿਆਦਾ ਸਪੀਡ ਦੇ ਨਾਲ ਮੂਵ ਕਰਦਾ ਪਿਆ ਤਾਂ ਉਹਦੀ ਸੰਵੇਗ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਸੰਵੇਗ ਦੇ ਵਿੱਚ ਇਹਦਾ ਮਤਲਬ ਕੀ ਆ, ਵੇਗ ਦੇ ਪਰਿਵਰਤਨ ਦੇ ਨਾਲ ਕੀ ਆ, ਸੰਵੇਗ ਦੇ ਵਿੱਚ ਵੀ ਕੀ ਆਉਂਦਾ ਆ, ਪਰਿਵਰਤਨ ਆਉਂਦਾ ਆ। ਜਿਵੇਂ ਸਪੋਜ਼ ਕਰ ਲਓ ਕਿ ਆਪਣਾ ਵੇਗ ਇਸ ਡਾਇਰੈਕਸ਼ਨ ਦੇ ਵਿੱਚ ਆ ਤਾਂ ਆਪਾਂ ਕਵਾਂਗੇ ਸੰਵੇਗ ਵੀ ਕੀ ਆ, ਇਸ ਡਾਇਰੈਕਸ਼ਨ ਦੇ ਵਿੱਚ ਆ। ਗਤੀ ਦਾ ਜਿਹੜਾ ਦੂਜਾ ਨਿਯਮ ਆ ਉਹ ਆਪਾਂ ਨੂੰ ਸੰਵੇਗ ਬਾਰੇ ਦੱਸਦਾ ਹੈ। ਸੰਵੇਗ ਕੀ ਆ, ਇੱਕ ਬਲ ਵਿੱਚ ਪਰਿਵਰਤਨ, ਕਿ ਜਦੋਂ ਆਪਣਾ ਆਬਜੈਕਟ ਮੂਵ ਕਰਦਾ ਆ। ਗਤੀ ਦਾ ਦੂਜਾ ਨਿਯਮ ਆ ਜਿਹੜਾ ਉਹ ਆਪਾਂ ਨੂੰ ਬਲ ਨੂੰ ਮਾਪਣ ਦੀ ਵਿਧੀ ਦੱਸਦਾ ਆ, ਕਾਹਦੇ ਰਾਹੀਂ, ਸੰਵੇਗ ਰਾਹੀਂ। ਅਤੇ ਜਿਹੜਾ ਬਲ ਹੁੰਦਾ ਆ ਉਹ ਕਾਹਦੇ ਬਰਾਬਰ ਹੁੰਦਾ, ਸੰਵੇਗ ਬਟਾ ਸਮਾਂ, ਯਾਨੀ ਕਿ ਫੋਰਸ ਕਾਹਦੇ ਬਰਾਬਰ ਹੁੰਦਾ, ਸੰਵੇਗ ਨੂੰ ਲਿਖਦੇ ਆ ਪੀ ਨਾਲ ਬਟਾ ਟਾਈਮ, ਯਾਨੀ ਕਿ ਜਿੰਨਾ ਸੰਵੇਗ ਚੇਂਜ ਹੋਊਗਾ ਆਪਣਾ ਬਲ ਵੀ ਸੇਮ ਚੇਂਜ ਹੋਊਗਾ। ਨੈਕਸਟ ਇਜ਼ ਗਤੀ ਦਾ ਤੀਜਾ ਨਿਯਮ। ਗਤੀ ਦਾ ਤੀਜਾ ਨਿਯਮ ਕੀ ਆਂਦਾ, ਜੇ ਮੰਨ ਲਓ ਇੱਕ ਆਬਜੈਕਟ ਦੂਜੇ ਆਬਜੈਕਟ 'ਤੇ ਫੋਰਸ ਲਗਾ ਰਿਹਾ ਤਾਂ ਆਪਾਂ ਇਹ ਕਹਿੰਦੇ ਆ ਹਰੇਕ ਕਿਰਿਆ ਦੇ ਬਰਾਬਰ ਪਰੰਤੂ ਉਸ ਦੀ ਉਲਟ ਦਿਸ਼ਾ ਵਿੱਚ ਪ੍ਰਤੀਕਿਰਿਆ ਕਰਦੀ ਹੈ। ਜੇ ਏ ਆਬਜੈਕਟ ਬੀ 'ਤੇ ਫੋਰਸ ਲਗਾ ਰਿਹਾ ਤਾਂ ਬੀ ਆਬਜੈਕਟ ਵੀ ਏ 'ਤੇ ਫੋਰਸ ਲਗਾਊਗਾ, ਬਟ ਉਹਦੀ ਦਿਸ਼ਾ ਕੀ ਹੋਊਗੀ, ਉਲਟ ਹੋਊਗੀ। ਯਾਨੀ ਕਿ ਐਫ ਆਫ ਏ ਬੀ ਇਜ਼ ਇਕੁਅਲਸ ਟੂ ਐਫ ਆਫ ਬੀ ਏ, ਬਟ ਮੂਹਰੇ ਮਾਈਨਸ ਸਾਈਨ ਕੀ ਦੱਸਦਾ ਆ ਕਿ ਇਹਨਾਂ ਦੀ ਦਿਸ਼ਾ ਕੀ ਹੋਊਗੀ, ਉਲਟ ਹੋਊਗੀ। ਮੈਂ ਬਿਲਕੁਲ ਇਹ ਸ਼ੋਰਟ 'ਚ ਕਰਵਾ ਰਹੀ ਹਾਂ, ਮੈਂ ਜ਼ਿਆਦਾ ਨਹੀਂ ਐਕਸਪਲੇਨ ਕਰ ਰਹੀ, ਜਿੰਨਾ ਆਪਾਂ ਨੂੰ ਪੇਪਰ ਦੇ ਵਿੱਚ ਲੋੜੀਦਾ ਮੈਂ ਸਿਰਫ ਓਨਾ ਹੀ ਕਰਵਾ ਰਹੀ ਹਾਂ। ਨੈਕਸਟ ਇਜ਼ ਸੰਵੇਗ ਦਾ ਸੁਰੱਖਿਅਨ ਕੀ ਆਉਂਦਾ ਆ। ਸੰਵੇਗ ਦਾ ਸੁਰੱਖਿਅਨ ਆਉਂਦਾ ਕਿ ਸਪੋਜ਼ ਕਰ ਲਓ ਦੋ ਵਸਤੂਆਂ ਨੇ, ਸੰਵੇਗ ਆਪਣੇ ਕੋਲ ਹੁੰਦਾ ਪੁੰਜ ਗੁਣਾ ਵੇਗ, ਯਾਨੀ ਕਿ MV। ਤਾਂ ਜੇ ਮੈਂ ਇਹਨਾਂ ਦੋਨਾਂ ਦੇ ਸੰਵੇਗ ਦਾ ਜੋੜ ਕਰਦੀ ਹਾਂ, ਸਪੋਜ਼ ਕਰ ਲਓ ਇਹ ਅੱਗੇ ਜਾ ਕੇ ਟਕਰਾ ਜਾਂਦੀਆਂ ਨੇ ਆਬਜੈਕਟ ਦੋਨੋਂ, ਟਕਰਾਉਣ ਤੋਂ ਬਾਅਦ ਇਹ ਦੁਬਾਰਾ ਆਬਜੈਕਟ ਮੂਵ ਕਰਦੇ ਨੇ, ਤਾਂ ਆਪਾਂ ਕਹਾਂਗੇ ਟਕਰਾਉਣ ਤੋਂ ਬਾਅਦ ਜਿੰਨਾ ਸੰਵੇਗ ਆਊਗਾ ਉਹਦਾ ਜੋੜ ਅਤੇ ਜਿੰਨਾ ਸੰਵੇਗ ਜੋੜ ਪਹਿਲਾਂ ਸੀ ਟਕਰਾਉਣ ਤੋਂ, ਉਹ ਦੋਨੋਂ ਜੋੜ ਕੀ ਆਉਣਗੇ, ਬਰਾਬਰ ਆਉਣਗੇ। ਇਹਨੂੰ ਬੋਲਦੇ ਆ ਗਤੀ ਦਾ ਤੀਜਾ ਨਿਯਮ। ਤਾਂ ਇਹ ਆਪਣੇ ਕੋਲ 3 ਨਿਯਮ ਸੀ ਜਿਹੜੇ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਆ, ਮੈਂ ਅੱਗੇ ਵੀ ਐਕਸਪਲੇਨ ਕੀਤੇ ਹੋਏ ਨੇ। ਫਸਟ ਨਿਯਮ ਕੀ ਕਹਿੰਦਾ, ਐਵਰੀ ਬੋਡੀ ਰਿਮੇਨ ਇਨ ਅ ਸਟੇਟ ਆਫ ਰੈਸਟ ਔਰ ਯੂਨੀਫਾਰਮ ਮੋਸ਼ਨ ਅਨਲੈਸ ਐਕਟ ਅਪੋਨ ਬਾਈ ਅ ਨੈਟ ਐਕਸਟਰਨਲ ਫੋਰਸ, ਯਾਨੀ ਕਿ ਜਿੰਨਾ ਚਿਰ ਬਾਹਰੀ ਫੋਰਸ ਨਹੀਂ ਲੱਗਦਾ ਹਰੇਕ ਬੋਡੀ ਆਪਦੀ ਅਵਸਥਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਜੇ ਉਹ ਰੈਸਟ ਹੈ ਜਾਂ ਉਹ ਕੋਸ਼ਿਸ਼ ਕਰੂਗੀ ਰੈਸਟ 'ਚ ਰਵੇ, ਜੋ ਮੋਸ਼ਨ ਦੇ ਵਿੱਚ ਹੈ ਤਾਂ ਉਹ ਕੋਸ਼ਿਸ਼ ਕਰੂਗੀ ਮੋਸ਼ਨ ਦੇ ਵਿੱਚ ਹੀ ਰਵੇ। ਸੈਕਿੰਡ ਲਾ ਕੀ ਕਹਿੰਦਾ, ਅਮਾਊਂਟ ਆਫ ਐਕਸਲਰੇਸ਼ਨ ਆਫ ਅ ਬੋਡੀ ਇਜ਼ ਪ੍ਰਪੋਰਸ਼ਨਲ ਟੂ ਐਕਟਿੰਗ ਫੋਰਸ ਐਂਡ ਇਨਵਰਸਲੀ ਪ੍ਰਪੋਰਸ਼ਨਲ ਟੂ ਮਾਸ ਆਫ ਦਾ ਬੋਡੀ, ਜਾਂ ਆਪਾਂ ਕਹਿ ਸਕਦੇ ਹਾਂ ਐਫ ਕਾਹਦੇ ਇਕੁਅਲ ਆ, ਮਾਸ ਇਨਟੂ ਐਕਸਲਰੇਸ਼ਨ। ਆਪਾਂ ਕੀਤਾ ਸੀ ਫੋਰਸ ਕਾਹਦੇ ਬਰਾਬਰ ਆ, ਪ੍ਰਵੇਗ ਬਟਾ ਟਾਈਮ, ਅਤੇ ਪ੍ਰਵੇਗ ਕਾਹਦੇ ਬਰਾਬਰ ਹੁੰਦੀ ਆ, MV ਬਟਾ ਟਾਈਮ, ਅਤੇ V ਬਟਾ T ਕੀ ਹੁੰਦਾ ਆ, ਪ੍ਰਵੇਗ, ਯਾਨੀ ਕਿ ਐਫ ਕਾਹਦੇ ਬਰਾਬਰ ਆ, MA। ਨੈਕਸਟ ਥਰਡ ਲਾ ਕੀ ਕਹਿੰਦਾ ਕਿ ਹਰੇਕ ਐਕਸ਼ਨ ਵਾਸਤੇ ਕੀ ਹੋਊਗਾ, ਇਕੁਅਲ ਬਟ ਅਪੋਜ਼ਿਟ ਰਿਐਕਸ਼ਨ ਹੋਊਗਾ, ਯਾਨੀ ਕਿ ਉਲਟ ਡਾਇਰੈਕਸ਼ਨ ਦੇ ਵਿੱਚ ਕੀ ਹੋਊਗਾ, ਉਹਦਾ ਰਿਐਕਸ਼ਨ ਹੋਊਗਾ। ਇਹ ਸੀ ਨਿਊਟਨ ਦੇ ਤਿੰਨੋਂ ਲਾ, ਬਹੁਤ ਹੀ ਈਜ਼ੀ ਮੈਥਡ ਦੇ ਨਾਲ। ਤਾਂ ਇਹਦੇ ਮੈਂ ਫਾਰਮੂਲੇ ਇੱਕ ਪੇਜ 'ਤੇ ਲਿਖ ਦਿੰਦੀ ਹਾਂ ਜਿਹੜੇ ਕਿ ਤੁਸੀਂ ਲਰਨ ਕਰਨੇ ਨੇ। ਇੱਕ ਫਾਰਮੂਲਾ ਸੀ P ਇਜ਼ ਇਕੁਅਲਸ ਟੂ MV, ਇੱਕ ਸੀਗਾ ਫੋਰਸ ਇਜ਼ ਇਕੁਅਲਸ ਟੂ MA ਐਂਡ A ਇਜ਼ ਇਕੁਅਲਸ ਟੂ F ਬਟਾ M, ਜਾਂ ਇਹਨੂੰ ਕਹਿ ਸਕਦੇ ਹਾਂ V ਬਟਾ T। ਪ੍ਰਵੇਗ ਦੇ ਯੂਨਿਟਸ ਹੁੰਦੇ ਨੇ ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਫੋਰਸ ਦੇ ਹੁੰਦੇ ਨੇ ਨਿਊਟਨ ਵੀ ਕਹਿ ਦਿੰਦੇ ਹਾਂ, ਅਤੇ ਹੋਰ ਇਹਨੂੰ ਕਹਾਂਗੇ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਦਾ ਸਕੇਅਰ, ਅਤੇ ਐਕਸਲਰੇਸ਼ਨ ਦੇ ਯੂਨਿਟ ਹੁੰਦੇ ਆ ਮੀਟਰ ਪਰ ਸੈਕਿੰਡ ਦਾ ਸਕੇਅਰ। ਇਹ ਸਾਰੀਆਂ ਤੁਸੀਂ ਇਕਾਈਆਂ ਯਾਦ ਰੱਖਣੀਆਂ ਨੇ, ਇਹ ਬਹੁਤ ਇੰਪੋਰਟੈਂਟ ਨੇ।
ਨੈਕਸਟ ਨਿਊਟਨਸ ਫਸਟ ਲਾਅ ਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਆ ਕਿ ਐਵਰੀ ਆਬਜੈਕਟ, ਸੇਮ ਡੈਫੀਨੇਸ਼ਨ ਆ ਕਿ ਹਰੇਕ ਆਬਜੈਕਟ ਟਰਾਈ ਕਰਦਾ ਹੈ ਰੈਸਟ 'ਚ ਰਵੇ ਜਾਂ ਮੋਸ਼ਨ 'ਚ ਰਵੇ ਜਿੰਨਾ ਚਿਰ ਆਪਾਂ ਬਾਹਰੀ ਫੋਰਸ ਅਪਲਾਈ ਨਹੀਂ ਕਰਦੇ। ਹੁਣ ਜਿਵੇਂ ਇੱਥੇ ਆਪਣੇ ਕੋਲ ਐਗਜ਼ਾਮਪਲ ਦਿੱਤੀ ਹੋਈ ਆ, ਆਬਜੈਕਟ ਇਨ ਅ ਸਟੇਟ ਆਫ ਰੈਸਟ। ਜੇ ਆਬਜੈਕਟ ਸਟੇਟ ਦੇ ਵਿੱਚ ਰੈਸਟ 'ਤੇ ਪਿਆ ਹੋਇਆ ਇਹਦਾ ਮਤਲਬ ਉਹਦੀ ਸਪੀਡ 0 ਆ। ਹੁਣ ਜਿਵੇਂ ਮੰਨ ਲਓ ਆਪਣੇ ਕੋਲ ਰੋਕਟ ਦਿੱਤਾ ਹੋਇਆ, ਇਹਦੇ ਵਿੱਚ ਨੀਚੇ ਤੋਂ ਥਰਸਟ ਅਪਲਾਈ ਹੁੰਦਾ ਆ, ਥਰਸਟ ਇਨਕਰੀਜ਼ ਹੁੰਦਾ ਆ ਫਰੋਮ 0। ਜਦੋਂ ਥਰਸਟ ਇਨਕਰੀਜ਼ ਹੁੰਦਾ ਆ ਅਤੇ ਜਿਹੜਾ ਆਪਣਾ ਵੇਟ ਆ ਰੋਕਟ ਦਾ ਉਹ ਡਿਕਰੀਜ਼ ਹੋ ਜਾਂਦਾ ਆ। ਵੇਟ ਡਿਕਰੀਜ਼ ਹੋਊਗਾ ਇਹਦਾ ਮਤਲਬ ਕੀ ਹੈ, ਨੀਚੇ ਵਾਲੀ ਥਰਸਟ ਜ਼ਿਆਦਾ ਆ ਤਾਂ ਨੈਟ ਫੋਰਸ ਦੀ ਡਾਇਰੈਕਸ਼ਨ ਕਿੱਦਾਂ ਦੀ ਹੋਊਗੀ, ਉੱਪਰ ਦੀ ਹੋਊਗੀ। ਇਸੇ ਵਜ੍ਹਾ ਕਰਕੇ ਆਪਣੀ ਜਿਹੜੀ ਰੋਕਟ ਆ ਉਹ ਮੂਵ ਕਰਦੀ ਆ। ਤਾਂ ਨੈਟ ਫੋਰਸ ਇਜ਼ ਪੋਜ਼ੀਟਿਵ ਅਪਵਰਡ, ਰੋਕਟ ਐਕਸਲਰੇਟ ਅਪਵਰਡ ਐਂਡ ਵੈਲੋਸਿਟੀ ਇਨਕਰੀਜ਼। ਕਿਉਂਕਿ ਫੋਰਸ ਕੀ ਹੁੰਦਾ ਆ ma, ਜਿੱਧਰ ਨੂੰ ਫੋਰਸ ਇਨਕਰੀਜ਼ ਹੋਊਗਾ ਐਕਸਲਰੇਸ਼ਨ ਵੀ ਸੇਮ ਡਾਇਰੈਕਸ਼ਨ ਦੇ ਵਿੱਚ ਹੋਏਗੀ। ਇਹ ਸੀ ਅੱਜ ਦਾ ਟੌਪਿਕ। ਜੇ ਕੋਈ ਡਾਊਟ ਹੋਇਆ ਤਾਂ ਦੱਸ ਦੇਣਾ। ਐਂਡ ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਇੱਦਾਂ ਹੀ ਸਪੋਰਟ ਦਿੰਦੇ ਰਹੋ। ਥੈਂਕਸ, ਹੈਵ ਅ ਨਾਈਸ ਡੇ।